गुरु के कीर्तनियां पासों सतगुरु जी दी पवित्र आसा की वार दी पावन बाणी दा कीर्तन बड़े प्रेम भाव विच टेक करके श्रवण कीता है। उपरांत जो पावन शब्द अज विचारिया जाना है तिसदा मूल पाठ पावन अस्थान दे हैड ग्रंथी साहब ਗਿਆਨੀ हरनाम सिंह जी पासों बड़े वफद ते प्यार विच भेज के श्रवण कीता है। पंजवें पातशाह धन गुरु अर्जन साहब महाराज जी दी गूजरी राग दी वार विचों 17 नंबर पौड़ी ते तिसदे 2 सलोकां दा पाठ आपां अज श्रवण कीता है। गुरु किरपा सदका पावन सलोक अते पौड़ी दी विचार नूं विचार के आपो अपने जीवन दा आधार बना सकीए। सो मन बिरती इकागर करो, गुरु चरना विच लवावो हाजरी, बादब झुकाओ गुरु चरना च सीस, दासरे नू बख्शो असीस, फतेह परवानो आखो जी वाहिगुरु जी का खालसा वाहिगुरु जी की फतेह। गुरु अर्जन साहब महाराज पहले सलोक विच बचन झोली पा के फरमाउंदे ने सिखा जे जीवन विच तू उद्यमी बन जाए, जे जीवन विच तू उद्यम करन लग पवें, क्योंकि उद्यमी बंदा वही हो सकता है जिहड़ा जीवन चों आलस नूं त्याग देगा। आलसी बंदा कदे उद्यमी नहीं हो सकता। ते सतगुरु ने बचन झोली पाए ने सलोक महला पंजवां उद्यम करेंदियां जियो तू। पातशाह कहते ने हे मनुख परमात्मा दी भगती करदियां परमात्मा दी भगती दा उद्यम करदियां तू आत्मक जीवन जी। भाव तैनू परमात्मा दी भगती दा उद्यम करना आ जाए ते समझ लई तैनू आत्मक जीवन मिलना शुरू हो गया। भगती दा उद्यम करेगा ते आत्मक जीवन मिलेगा। उद्यम करेंदियां जियो तू कमावंदियां सुख पुंच। दूजा बचन तू परमात्मा दे नाम दी कमाई कर ते जे कमाई करेगा कमावंदियां सुख पुंच। नाम दी कमाई करन नाल सुख माणीदा ते उद्यम करन दे नाल आत्मक जीवन मिलदा है। पता गुरु अर्जन साहब जी ने उद्यमी बंदे बारे बाणी च की कहा? सतगुरु कहते ने उद्दो शाह है क्या निशानी। उद्यमी बंदे दी भला की निशानी है? जेड़ा बंदा उद्यमी है आलस नहीं है जिहदे अंदर, सतगुरु कहते उहदी निशानी की होएगी? उद्दो शाह है क्या निशानी
ਟੋਟ ਨ ਆਵੈ ਅੰਨੀ, ਉਹਦੇ ਘਰ ਵਿੱਚ ਅੰਨ ਦੀ ਕਮੀ ਨਹੀਂ ਰਹੇਗੀ। ਉਦਮੀ ਬੰਦਾ ਰੋਟੀ ਤੋਂ ਮੁਹਤਾਜ ਨਹੀਂ ਰਹੇਗਾ, ਜਿਹੜਾ ਉਦਮੀ ਹੋਵੇ। ਤੇ ਆਲਸੀ ਬੰਦਾ, ਉਹਦੇ ਸਾਹਮਣੇ ਤੇ ਰੋਟੀ ਪਕਾ ਕੇ ਰੱਖ ਦਿਓ, ਉਹ ਕਹਿੰਦਾ ਵੀ ਹੁਣ ਬੁਰਕੀਆਂ ਤੋੜ ਕੇ ਮੂੰਹ 'ਚ ਪਾਉਣ ਵਾਲਾ ਵੀ ਕੋਈ ਆ ਜਾਏ। ਤੇ ਗੁਰੂ ਅਰਜਨ ਸਾਹਿਬ ਕਹਿੰਦੇ ਸਿੱਖਾ, ਜਿਹੜਾ ਉਦਮੀ ਬੰਦਾ ਹੈ, ਜਿਹਦੇ ਜੀਵਨ 'ਚ ਆਲਸ ਨਹੀਂ ਹੈ, ਉਹਦੇ ਜੀਵਨ ਦੀ ਇਹ ਹੀ ਨਿਸ਼ਾਨੀ ਹੈ ਕਿ ਉਹਦੇ ਘਰ ਵਿੱਚ ਨਾ ਅੰਨ ਦੀ ਤੋਟ ਹੈ, ਨਾ ਧਨ ਦੀ ਤੋਟ ਹੈ। ਹੁਣ ਜਿਹਨੇ ਡੱਕਾ ਤੋੜਨਾ ਹੀ ਨਹੀਂ, ਆਲਸ ਤਿਆਗਣਾ ਹੀ ਨਹੀਂ, ਉਹ ਤੇ ਇਹੀ ਕਹੇਗਾ ਨਾ, ਮਰ ਗਏ ਜੀ, ਕੰਮ ਧੰਦਾ ਹੀ ਨਹੀਂ ਹੈ ਜੀ। ਸਤਿਗੁਰੂ ਕਹਿੰਦੇ ਤੂੰ ਕਿਹੜਾ ਆਲਸ ਛੱਡ ਦਿੱਤਾ, ਤੂੰ ਕਿਹੜਾ ਉਦਮੀ ਬਣਿਆ, ਤੂੰ ਕਿਹੜਾ ਮਿਹਨਤੀ ਬਣਿਆ। ਤੇ ਅੱਜ ਦੇ ਬਚਨ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਸਿੱਖਾ, ਤੂੰ ਪਰਮਾਤਮਾ ਦੀ ਭਗਤੀ ਦਾ ਉਦਮ ਕਰ। ਤੇ ਪਰਮਾਤਮਾ ਦੀ ਭਗਤੀ ਦਾ ਉਦਮ ਕਰਦਿਆਂ ਆਤਮਿਕ ਜੀਵਨ ਮਿਲਦਾ ਹੈ। ਉਦਮ ਕਰੇਂਦਿਆਂ ਜੀਓ ਤੂੰ ਆਤਮਿਕ ਜੀਵਨ ਜੀ, ਆਲਸੀ ਨਾ ਬਣ। ਫਿਰ ਇੱਕ ਪਾਤਸ਼ਾਹ ਨੇ ਹੋਰ ਬਚਨ ਸਾਡੀ ਝੋਲੀ ਪਾਇਆ ਬਾਣੀ ਵਿੱਚੋਂ ਕਿ ਸਾਡਾ ਸਿੱਖ ਉਦਮੀ ਬਣ ਜਾਏ। ਪਤਾ ਕੀ ਫਰਮਾਇਆ ਪਾਤਸ਼ਾਹ ਨੇ? ਸਤਿਗੁਰੂ ਕਹਿੰਦੇ ਨੇ ਮਾਲਕਾ, ਗੁਰੂ ਅਰਜਨ ਸਾਹਿਬ ਮਹਾਰਾਜ, ਮੈਂ ਤੁਹਾਡੀ ਗੱਲ ਸੁਣ ਕੇ ਉਦਮ ਕਰਨਾ ਅੱਜ ਤੋਂ ਸ਼ੁਰੂ ਕਰਾਂਗਾ, ਪਰ ਹੇ ਵਾਹਿਗੁਰੂ, ਹੇ ਸਤਿਗੁਰੂ, ਤੁਹਾਡੇ ਚਰਨਾਂ 'ਚ ਇੱਕ ਅਰਦਾਸ ਹੈ, ਮੈਂ ਉਦਮ ਕਰਨ ਲਈ ਤਿਆਰ ਹਾਂ, ਪਰ ਤੁਸੀਂ ਮੇਰੇ ਤੋਂ ਉਦਮ ਕਰਾ ਲੈਣਾ। ਜੇ ਤੁਸੀਂ ਨਹੀਂ ਕਰਾਓਗੇ ਤੇ ਮੇਰੇ ਕੋਲੋਂ ਨਹੀਂ ਹੋਣਾ। ਬਾਣੀ ਦਾ ਵਚਨ ਹੈ, ਹਿਰਦੇ ਦੀ ਦਹਲੀਜ਼ ਤੇ ਲਿਖ ਕੇ ਲਿਜਾਣਾ ਤਾਂ ਕਿ ਆਲਸ ਜੀਵਨ ਚੋਂ ਚਲਾ ਜਾਏ। ਪਾਤਸ਼ਾਹ ਕਹਿੰਦੇ ਨੇ ਉਦਮ ਕਰੂੰ ਕਰਾਵੋ ਠਾਕੁਰ। ਮਾਲਕ ਜੀ, ਮੈਂ ਉਦਮ ਕਰਦਾ ਹਾਂ, ਪਰ ਇੱਕ ਅਰਦਾਸ ਹੈ, ਤੁਸੀਂ ਮੇਰੇ ਕੋਲੋਂ ਇਹ ਉਦਮ ਕਰਾ ਲੈਣਾ। ਮੇਰੇ ਵੱਸ ਦੀ ਖੇਡ ਨਹੀਂ ਹੈ, ਮੈਂ ਤੇ ਤਰਲਾ ਹੀ ਲੈ ਸਕਦਾ। ਸੱਚੀ ਗੱਲ ਹੈ। ਸ਼ਾਇਦ ਸਿੱਖ ਰਾਤੀ ਸੌਣ ਲੱਗਿਆਂ ਇਹ ਉਦਮ ਕਰੇ ਕਿ ਮੈਂ ਅਲਾਰਮ ਲਾ ਕੇ ਸੌਵਾਂ, ਇਹ ਸਵੇਰੇ ਵੱਜੇਗਾ, ਉੱਠਾਂਗਾ, ਉਦਮ ਕਰਾਂਗਾ ਤੇ ਗੁਰਦੁਆਰਾ ਸੀਸਗੰਜ ਸਾਹਿਬ ਪਹੁੰਚ ਕੇ ਆਸਾ ਕੀ ਵਾਰ ਦਾ ਕੀਰਤਨ ਸੁਣਾਂਗਾ। ਇਹ ਉਦਮ ਕਰਨ ਦਾ ਸੰਕਲਪ ਪੈਦਾ ਹੋਇਆ ਤੇ ਹੁਣ ਹੋਏਗਾ ਕੀ? ਜਿੱਦਾਂ ਹੀ ਅਲਾਰਮ ਲਾਏਗਾ ਨਾਲ ਇਹ ਅਰਦਾਸ ਕਰੇਗਾ ਕਿ ਸਤਿਗੁਰੂ ਇਹ ਉਦਮ ਕਰਾਂਗਾ, ਪਰ ਤੁਸੀਂ ਕਰਾ ਲੈਣਾ। ਫਿਰ ਕੀ ਹੋਏਗਾ? ਅਲਾਰਮ ਵੱਜਣ ਤੋਂ 10 ਮਿੰਟ ਪਹਿਲਾਂ ਹੀ ਜਾਗ ਖੁੱਲ ਜਾਏਗੀ, ਜੇ ਅਰਦਾਸ ਕੀਤੀ ਹੋਏਗੀ। ਤੇ ਜੇ ਉਦਮ ਕਰਨ ਦੀ ਅਰਦਾਸ ਨਾ ਕੀਤੀ ਤੇ ਫਿਰ ਕੀ ਹੋਇਆ? ਅਲਾਰਮ ਵੱਜਿਆ, ਆਪਣੇ ਹੱਥੀਂ ਲਾਇਆ ਅਲਾਰਮ, ਆਪ ਬੰਦ ਕੀਤਾ, ਕਹਿੰਦਾ 5 ਮਿੰਟ ਹੋਰ ਸੌਂ ਲਵਾਂ, ਤੇ ਫਿਰ ਕੀ ਹੋਇਆ? ਫਿਰ ਘੋੜੇ ਜਿੱਡਾ ਸੂਰਜ ਮਕਾਨ ਦੀ ਛੱਤ ਤੇ ਚੜ੍ਹ ਆਇਆ। ਆਸਾ ਕੀ ਵਾਰ ਦਾ ਸਮਾਂ ਹੀ ਲੰਘ ਗਿਆ। ਸਤਿਗੁਰੂ ਕਹਿੰਦੇ ਨੇ ਸਿੱਖਾ, ਗੁਰੂ ਅੱਗੇ ਤਰਲਾ ਵੀ ਲੈ ਕਿ ਪਾਤਸ਼ਾਹ ਮੈਂ ਉਦਮ ਕਰਨਾ ਚਾਹੁੰਦਾ, ਪਰ ਮੇਰੇ ਤੇ ਤਰਸ ਕਰਨਾ, ਮੇਰੇ ਤੋਂ ਕਰਾ ਵੀ ਲੈਣਾ। ਉਦਮ ਕਰੂੰ ਕਰਾਵੋ ਠਾਕੁਰ। ਤੇ ਅਗਲਾ ਬਚਨ, ਭੇਖਤ ਸਾਧੂ ਸੰਗ। ਮਾਲਕ ਜੀ, ਮੈਂ ਗੁਰੂ ਦੀ ਸੰਗਤ ਵਿੱਚ ਆ ਕੇ ਤੁਹਾਡਾ ਦਰਸ਼ਨ ਕਰਨਾ ਚਾਹੁੰਦਾ। ਪੇਖਤ ਮਾਨੇ ਵੇਖਣਾ,
ਸਾਧੂ ਸੰਗ, ਗੁਰੂ ਦੀ ਸੰਗਤ ਵਿੱਚ ਆ ਕੇ ਮਾਲਕ ਜੀ ਮੈਂ ਤੁਹਾਡਾ ਦਰਸ਼ਨ ਕਰਨਾ ਚਾਹੁੰਦਾ, ਮੇਰੇ ਕੋਲੋਂ ਇਹ ਉਦਮ ਕਰਾਉਂਦੇ ਰਹਿਣਾ, ਮੇਰੇ ਤੋਂ ਇਹ ਮਸ਼ੱਕਤ ਇਹ ਘਾਲ ਕਰਾਉਂਦੇ ਰਹਿਣਾ, ਮੈਂ ਆਲਸੀ ਨਾ ਹੋਵਾਂ। ਕਿਉਂਕਿ ਆਲਸ ਬੰਦੇ ਦੇ ਜੀਵਨ ਨੂੰ ਘੁਣ ਦੀ ਤਰ੍ਹਾਂ ਖਾ ਜਾਂਦਾ ਹੈ। ਜੇ 40 ਸਾਲ ਦੀ ਉਮਰ ਵਿੱਚ ਬੁੱਢੇ ਹੋਣਾ ਤੇ ਇੱਕੋ ਨਿਸ਼ਾਨੀ ਹੈ, ਆਲਸੀ ਬਣ ਜਾਓ, ਆਪੇ ਹੀ ਬੁੱਢੇ ਹੋ ਜਾਓਗੇ। ਜੇ 90 ਸਾਲ ਦੀ ਉਮਰ ਵਿੱਚ ਵੀ ਗੁਰੂ ਅਮਰਦਾਸ ਪਾਤਸ਼ਾਹ ਦੀ ਤਰ੍ਹਾਂ ਜਵਾਨ ਰਹਿਣਾ ਹੈ ਤੇ ਆਲਸ ਤਿਆਗ ਦਿਓ, ਉਦਮੀ ਬਣ ਜਾਓ, ਆਪੇ ਹੀ ਬਜ਼ੁਰਗੀ ਵਿੱਚ ਵੀ ਬੰਦਾ ਬੁੱਢਾ ਨਹੀਂ ਹੁੰਦਾ। ਔਰ ਜੇ ਆਲਸ ਆ ਗਿਆ ਤੇ ਜਵਾਨੀ ਵਿੱਚ ਹੀ ਬੁਢੇਪਾ ਦਸਤਕ ਦੇ ਜਾਏਗਾ। ਤੇ ਪਾਤਸ਼ਾਹ ਕਹਿੰਦੇ ਨੇ, ਉਦਮ ਕਰੂੰ ਕਰਾਵੋ ਠਾਕੁਰ, ਭੇਖਤ ਸਾਧੂ ਸੰਗ। ਗੁਰੂ ਦੀ ਸੰਗਤ ਵਿੱਚ ਆ ਕੇ ਮਾਲਕ ਜੀ ਮੈਂ ਤੁਹਾਡਾ ਦਰਸ਼ਨ ਕਰਦੇ ਰਹਿਣਾ ਚਾਹੁੰਦਾ। ਤੇ ਜਦੋਂ ਸੱਚ ਵਿੱਚ ਸਿੱਖ ਦੇ ਅੰਦਰ ਇਹ ਉਦਮ ਪੈਦਾ ਹੁੰਦਾ ਹੈ ਕਿ ਮੈਂ ਗੁਰੂ ਦੀ ਸੰਗਤ ਵਿੱਚ ਆ ਕੇ ਗੁਰੂ ਦੇ ਦਰਸ਼ਨ ਕਰਦੇ ਰਹਿਣਾ, ਤੇ ਫਿਰ ਅਗਲਾ ਬਚਨ ਹੈ, ਹਰ ਹਰ ਨਾਮ ਚਰਾਵੋ ਰੰਗਨ, ਆਪੇ ਹੀ ਪ੍ਰਭ ਰੰਗ। हे परमात्मा, ਆਪਣੇ ਨਾਮ ਦੀ ਰੰਗਣ ਤੁਸੀਂ ਆਪ ਹੀ ਚੜਾ ਦਿਓ। ਆਓ ਇਸ ਪੰਕਤੀ ਨੂੰ ਆਪਾਂ ਸੰਗਤ ਰੂਪ ਵਿੱਚ ਗਾ ਲਈਏ, ਤਾਂ ਕਿ ਗੁਰੂ ਦਾ ਉਹ ਉਦਮ ਬਣਨ ਦਾ ਜਿਹੜਾ ਅੰਦਰੋਂ ਹੁਲਾਰਾ ਮਿਲਣਾ ਹੈ ਉਹ ਸਾਨੂੰ ਬਾਣੀ ਤੋਂ ਪ੍ਰਾਪਤ ਹੋ ਸਕੇ। ਤੇ ਸਤਿਗੁਰੂ ਕੀ ਫਰਮਾਉਂਦੇ ਨੇ, ਉਦਮ ਕਰੂੰ ਕਰਾਵੋ ਠਾਕੁਰ, ਉਦਮ ਕਰੂੰ ਕਰਾਵੋ ਠਾਕੁਰ। उदम करूं करावो ठाकुर, उदम करूं करावो ठाकुर। आपे ही प्रभ रंग, आपे ही प्रभ रंग। मालका ਇਹ ਵਾਲਾ ਰੰਗ ਤੂੰ ਆਪ ਹੀ ਚੜਾ ਦੇ। ਤੇ ਜਿਹਦੇ ਅੰਦਰ ਇਹ ਉਦਮ ਪੈਦਾ ਹੋ ਜਾਏ, ਆਲਸ ਜੀਵਨ ਚੋਂ ਚਲਾ ਜਾਏ, ਉਹਦੇ ਲਈ ਫਿਰ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ, ਸੇਵਕ ਕੀ ਓਡਕ ਨਿਭੀ ਪ੍ਰੀਤ। ਕਿਉਂਕਿ ਉਦਮੀ ਬੰਦੇ ਦੇ ਅੰਦਰ ਪ੍ਰੀਤ ਪੈਦਾ ਹੋ ਗਈ, ਹੁਣ ਆਲਸ ਤੇ ਜੀਵਨ ਤੋਂ ਚਲਾ ਗਿਆ, ਤੇ ਉਹਦੀ ਇਹ ਜਿਹੜੀ ਪ੍ਰੀਤ ਸੀ ਨਾ, ਸਤਿਗੁਰੂ ਕਹਿੰਦੇ ਉਹਦੇ ਅੰਗ ਸੰਗ ਨਿਭ ਗਈ। ਸੇਵਕ ਕੀ ਓਡਕ ਨਿਭੀ ਪ੍ਰੀਤ। ਤੇ ਜਿਹਦੇ ਅੰਦਰ ਉਦਮ ਕਰਦਿਆਂ ਪ੍ਰੀਤ ਪੈਦਾ ਹੋ ਜਾਏ, ਫਿਰ ਆਲਸ ਨਹੀਂ ਰਹਿੰਦਾ। ਸੰਗਤ ਜੀ, ਮੈਂ ਹੱਥ ਜੋੜ ਕੇ ਖਿਮਾ ਮੰਗ ਲਵਾਂ, ਸਾਡੇ ਆਲਸ ਦੀ ਨਿਸ਼ਾਨੀ ਹੈ ਕਿ ਸਾਡੇ ਬੱਚਿਆਂ ਦੇ ਜੀਵਨ ਵਿੱਚੋਂ ਨਿਤਨੇਮ ਚਲਿਆ ਗਿਆ। ਸਾਡੇ ਆਲਸ ਦੀ ਨਿਸ਼ਾਨੀ ਹੈ ਸਾਡੇ ਘਰਾਂ ਵਿੱਚੋਂ ਮਰਿਆਦਾ ਚਲੀ ਗਈ। ਕਿਉਂਕਿ ਸੁੱਤਿਆਂ ਦੇ ਘਰ ਹੀ ਲੁੱਟੇ ਜਾਂਦੇ ਨੇ ਨਾ, ਸੁੱਤਿਆਂ ਦੇ ਘਰ ਵਿੱਚ ਹੀ ਚੋਰੀ ਹੁੰਦੀ ਹੈ, ਜਾਗਦਿਆਂ ਦੇ ਘਰ ਵਿੱਚ ਕਦੋਂ ਚੋਰੀ ਹੁੰਦੀ ਹੈ? ਅਸੀਂ ਸੁੱਤੇ ਹੋਏ ਹਾਂ, ਅਸੀਂ ਆਲਸੀ ਹਾਂ, ਤੇ ਆਲਸੀ ਬੱਚਾ ਕਦੇ ਸਿਰ ਤੇ ਪੱਗ ਨਹੀਂ ਜੇ ਬੰਨੇਗਾ। ਤੇ ਆਲਸ ਕਿੰਨੀ ਤੇਜ਼ੀ ਨਾਲ ਵਧਿਆ ਉਹ ਅਸੀਂ ਬਾਖੂਬੀ ਵਾਚ ਸਕਦੇ ਹਾਂ ਕਿ ਜਦੋਂ ਇੱਕ 30-35 ਸਾਲ ਦਾ ਬੱਚਾ ਵੀ ਪੈਰਾਂ 'ਚ ਪਾਉਣ ਵਾਲੀ ਜਰਾਬ ਸਿਰ ਤੇ ਪਾ ਕੇ ਬਾਜ਼ਾਰ 'ਚ ਤੁਰਿਆ ਫਿਰਦਾ ਹੈ। ਇਹ ਆਲਸ ਦੀ ਨਿਸ਼ਾਨੀ ਹੈ।
ये उद्यमी बंदे की निशानी नहीं है, ये आलस की निशानी है। इस आलस ने एडी तेजी नाल विकास किया, उद्यम अंदरों इन्ना कु डिग गया कि अज साडे बच्चे 30-30 40-40 सालों के सिर ते पैरां वालियां जराबां पा के तुरे फिरदे ने। हद हो गई। अकल तो किन्ने कु कोरे हो गए असी, आलस ने किन्ना कु प्रभाव पा दिता। फिर जदों मीडिया मूवियां विच साडे बच्चियां दा इदां दा रोल प्ले करदा है कि एक 40 साल दा बंदा पटका बन के तुरिया फिरदा है, फिर असी कहने आ भी ये सीन ते गलत है। वो गलत कितों होया? उन्होंने मार्केट विचों देखिया सारा कुछ कि एक 40 साल का बच्चा बाजार च पटका बन के तुरिया फिरदा है, एक 35 साल का नौजवान पैरां दी जराब सिर ते पा के तुरिया फिरदा। तेरी पग कित्थे गई? क्योंकि तू आलसी हो गया, क्योंकि उहदे कोल पग बन्नण जोगा भी 5 मिनट का समा नहीं, ते समा किहदे कोल नहीं? आलसी बंदे कोल नहीं। उद्यमी बंदे कोल ते समा ही समा है। चलो इउं समझ लईए, जिहड़ी घर दी औरत उद्यमी होएगी, मेहनत करन वाली होएगी, उत्साह वाली होएगी, आलस नहीं होएगा, उहदे घर च कदे लड़ाई नहीं हो सकती। औरत दी घर च लड़ाई का कारण की है? उहदा आलस। क्योंकि जिहड़ी उद्यमी औरत होएगी, तड़के उठी होएगी, इशनान पान करके सतगुरु की बाणी का पाठ कर चुकी होएगी, 9 बजे तक तो वह घर का सारा काम मुक जाएगा। तो हुण सोचो, जिहड़ी 9 बजे उठी होएगी, घर का काम उन्होंने कुत्तियां की तरह वढ़ के खाएगा। हुण काम करके वो साइकोलॉजी दिमागी तौर पर परेशान होएगी, तो निक्की निक्की गल ते दूसरियां ते गुस्सा कढ़ेगी, अपने बच्चों ते गुस्सा कढ़ेगी। कारण उन्होंने काम खा रहा हुंदा है। ते एक लड़ाई का कारण की बन गया? आलस। सतगुरु कहंदे सिखा तू उद्यमी बन, आलसी ना हो। ते आवेख भाई साहब भाई नंद लाल सिंह जी ने इसे लिए सानू ये बचन कहा सी, कंगा दोनों वक्त कर। हुण जिहड़ा सवेरे कंगा करेगा, शामी फिर कंगा करेगा। भाई नंद लाल सिंह जी कहंदे तेरे शरीर चों आलस जाएगा कंगा करन दे नाल। और कदे फीलिंग विच लियाउणा, तुसीं सवेरे केसां च कंगा करोगे आलस जाएगा, शामी फिर करोगे आलस फिर दौड़ जाएगा। कंगा दोनों वक्त कर, पाग चुने कर बांधही। ते सिर ते पग चुन चुन के बन्नी, सोहनी लियाकत वाली पग बन्नी, क्योंकि ये पग सतगुरु ने तैनू आप बख्शी है। किसे धर्म दे पीर पैगंबर ने अपने अनुयायियों नूं सिर दा ये ताज दस्तार नहीं बख्शी। बन्नण नूं तां हिंदू वीर भी पग बन्नदे ने, बन्नण नूं तां राजस्थानी लोग भी पग बन्नदे ने, पर सिखा गुरु ने तैनू ताज दिता है सिक्खी दा। बेनती करां, जिस वक्त किसी हिंदू वीर का पिता चलाना कर जाए, साख संबंधी इकत्तर हुंदे ने ते पगड़ी की रस्म की जाती है। जिस वक्त उस सहजधारी का पगड़ी रस्म समागम हुंदा है, ते उस वक्त सिर ते पग बन्नण लगिया उस बच्चे नूं समझाया जाता है कि पुत्रा ये तेरे ते पग इस करके बन रहे हैं कि अज तो तेरे मोढियां ते तेरे पिता दीयां जिम्मेवारियां आ गईयां। वो पग उहनूं अपने पिता दीयां जिम्मेवारियां सिखाउंदी है। दूजे पासे
एक सिख बच्चा है, ਉਹਦਾ ਪਿਤਾ ਉਹਦੇ ਸਾਹਮਣੇ ਮੁੱਛਾਂ ਨੂੰ ਤਾ ਦੇ ਕੇ ਪੱਗ ਬੰਨ੍ਹ ਕੇ ਬੈਠਾ ਹੈ। ਉਹਦਾ ਦਾਦਾ ਵੀ ਜਿਉਂਦਾ ਜਾਗਦਾ ਹੈ, ਪਰ ਉਸ ਸਿੱਖ ਬੱਚੇ ਦੇ ਸਿਰ ਤੇ ਵੀ ਦਸਤਾਰਬੰਦੀ ਹੁੰਦੀ ਹੈ। ਕਾਹਦੇ ਲਈ? ਜਿੱਦਣ ਬੱਚੇ ਛੋਟੇ ਦੀ 10-12 ਸਾਲ ਦੇ ਬੱਚੇ ਦੀ ਦਸਤਾਰਬੰਦੀ ਕਰ ਦਿੱਤੀ ਜਾਂਦੀ ਸੀ। ਪਤਾ ਇਹ ਕਿਉਂ ਹੁੰਦਾ ਸੀ? ਕਿਉਂਕਿ ਉਹ ਬੱਚੇ ਨੂੰ ਛੋਟੀ ਉਮਰੇ ਪੱਗ ਬੰਨਣ ਦੀ ਇੱਕ ਆਦਤ ਪੈ ਜਾਏਗੀ। ਦੂਸਰਾ, ਜਦੋਂ ਦਸਤਾਰਬੰਦੀ ਹੋ ਗਈ, ਉਹ ਬੱਚਾ ਕਿਸੇ ਰਿਸ਼ਤੇਦਾਰ ਦੇ ਘਰ ਜਾਂਦਾ ਸੀ, ਫਿਰ ਉਹ ਪਟਕਾ ਬੰਨ੍ਹ ਕੇ ਨਹੀਂ ਸੀ ਜਾਂਦਾ। ਜੇ ਪਟਕਾ ਬੰਨ੍ਹ ਕੇ ਜਾਵੇ ਤੇ ਰਿਸ਼ਤੇਦਾਰ ਕਹਿੰਦੇ ਸਨ ਕਿ ਬੇਟਾ ਅਸੀਂ ਤੇ ਤੇਰੀ ਦਸਤਾਰਬੰਦੀ ਤੇ ਆਏ ਸਾਂ, ਤੇਰੀ ਦਸਤਾਰਬੰਦੀ ਹੋ ਚੁੱਕੀ, ਹੁਣ ਤੂੰ ਪਟਕਾ ਬੰਨ੍ਹਦਾ ਸ਼ੋਭਦਾ ਨਹੀਂ। ਤੇ ਉਹ ਛੋਟੀ ਉਮਰੇ ਬੱਚੇ ਨੂੰ ਪੱਗ ਬੰਨ੍ਹਣ ਦੀ ਆਦਤ ਪੈ ਜਾਂਦੀ ਸੀ। ਅੱਜ ਇੱਕ ਬੱਚਾ 10 ਸਾਲਾਂ ਦਾ ਆਪਣੇ ਪਿਤਾ ਨੂੰ ਕਹਿੰਦਾ, ਪਿਤਾ ਜੀ ਮੇਰਾ ਇੱਕ ਸਹਿਜਧਾਰੀ ਮਿੱਤਰ ਹੈ, ਉਹਦਾ ਪਿਤਾ ਚਲਾਣਾ ਕੀਤਾ ਤੇ ਉਹਦੇ ਸਿਰ ਤੇ ਪਗੜੀ ਦੀ ਰਸਮ ਹੋਈ, ਪਰ ਪਿਤਾ ਜੀ ਮੇਰਾ ਤੇ ਦਾਦਾ ਵੀ ਜਿਉਂਦਾ ਹੈ, ਮੇਰਾ ਸੁੱਖ ਨਾਲ ਪਿਤਾ ਵੀ ਜਿਉਂਦਾ ਹੈ, ਤੇ ਫਿਰ ਮੇਰੇ ਸਿਰ ਤੇ 10 ਸਾਲ ਦੀ ਉਮਰ 'ਚ ਦਸਤਾਰ ਕਿਉਂ? ਤੇ ਅੱਗਿਓਂ ਪਿਤਾ ਬੋਲ ਕੇ ਕਹਿੰਦਾ ਹੈ, ਪੁੱਤਰ ਜੀ ਉਸ ਸਹਿਜਧਾਰੀ ਦੇ ਸਿਰ ਤੇ ਦਸਤਾਰ ਸੱਜੀ ਉਹਦੇ ਪਿਤਾ ਦੇ ਚਲਾਣੇ ਤੋਂ ਬਾਅਦ ਇਹ ਦੱਸਣ ਲਈ ਕਿ ਤੇਰੇ ਪਿਤਾ ਦੀ ਰਿਸਪੌਂਸਿਬਿਲਟੀ ਤੇਰੇ ਮੋਢਿਆਂ ਤੇ, ਤੇਰੇ ਪਿਤਾ ਦੀਆਂ ਜ਼ਿੰਮੇਵਾਰੀਆਂ ਦਾ ਭਾਰ ਤੇਰੇ ਮੋਢਿਆਂ ਤੇ। ਪੁੱਤਰਾ ਤੂੰ ਸਰਬੱਤ ਦੇ ਭਲੇ ਦਾ ਭਾਰ ਆਪਣੇ ਮੋਢਿਆਂ ਤੇ ਚੁੱਕਣਾ ਹੈ। ਜਿਹੜਾ ਸਰਬੱਤ ਦੇ ਭਲੇ ਦਾ ਭਾਰ ਆਪਣੇ ਮੋਢਿਆਂ ਤੇ ਚੁੱਕਦਾ ਹੋਵੇ, ਉਹਦੇ ਦਾਦਾ ਤੇ ਉਹਦੇ ਪਿਤਾ ਦੇ ਹੁੰਦਿਆਂ ਹੀ ਉਹਦੇ ਸਿਰ ਤੇ ਦਸਤਾਰ ਬੰਨ੍ਹ ਦਿੱਤੀ ਜਾਂਦੀ ਹੈ। ਤੂੰ ਤੇ ਸਰਬੱਤ ਦੇ ਭਲੇ ਦਾ ਭਾਰ ਮੋਢਿਆਂ ਤੇ ਚੁੱਕਣਾ। ਉਦਮੀ ਬੰਦਾ ਕਦੇ ਦਸਤਾਰ ਤੋਂ ਬਿਨਾਂ ਘਰੋਂ ਨਹੀਂ ਨਿਕਲਦਾ। ਆਲਸੀ ਬੰਦੇ ਦੀ ਨਿਸ਼ਾਨੀ ਹੈ ਕਿ ਉਹ ਬਿਨਾਂ ਦਸਤਾਰ ਤੋਂ ਤੁਰਿਆ ਫਿਰਦਾ ਹੈ। ਐ ਪਿਤਾ, ਜੇ ਆਪਣੀ ਧੀ ਦਾ ਵਿਆਹ ਕਿਸੇ ਨਾਲ ਕਰਨ ਲੱਗਾ ਤੇ ਚੇਤਾ ਰੱਖੀ, ਜਿਹਨੂੰ ਜਵਾਈ ਸਹੇੜਨਾ ਉਹਨੂੰ ਨੇੜੇ ਹੋ ਕੇ ਤੱਕੀ ਕਿ ਉਹ ਘਰੋਂ ਬਾਹਰ ਜਾਣ ਲੱਗਿਆਂ ਦਸਤਾਰ ਬੰਨ੍ਹ ਕੇ ਜਾਂਦਾ ਹੈ ਕਿ ਨਹੀਂ ਜਾਂਦਾ। ਜੇ ਉਹ ਇੰਨੇ ਕੰਮ ਲਈ ਵੀ ਉਦਮ ਕਰਨ ਲਈ ਤਿਆਰ ਨਹੀਂ, ਫਿਰ ਚੇਤਾ ਰੱਖੀ ਤੇਰੀ ਧੀ ਨੂੰ, ਤੇਰੀ ਘਰ ਧੀ ਦੇ ਪੈਦਾ ਹੋਣ ਵਾਲੇ ਬੱਚਿਆਂ ਨੂੰ ਉਹ ਆਲਸੀ ਜਵਾਈ ਕਿਵੇਂ ਉਹਨਾਂ ਦੀ ਜ਼ਿੰਮੇਵਾਰੀ ਨੂੰ ਨਿਭਾ ਲਏਗਾ। ਤੈਨੂੰ ਵੇਖਣ ਦੀ ਲੋੜ ਹੈ। ਸਤਿਗੁਰੂ ਕਹਿੰਦੇ ਨੇ, ਸਿੱਖਾ ਆਲਸ ਤਿਆਗ ਦੇ, ਉਦਮੀ ਬਣ। ਉਹ ਕਹਿੰਦੇ ਨੇ ਨਾ ਕਿ ਇੱਕ ਵੇਰਾਂ ਕੋਈ ਰੱਬੀ ਫਕੀਰ ਜਿਹਦੀ ਰੱਬ ਨਾਲ ਗੱਲ ਹੁੰਦੀ ਸੀ, ਤੁਰਿਆ ਜਾ ਰਿਹਾ ਸੀ, ਰਸਤੇ ਵਿੱਚ ਇੱਕ ਚੋਟੀ ਦਾ ਅਮੀਰ ਧਨਾੜ ਮਿਲ ਗਿਆ। ਉਹਨੇ ਸੁਣਿਆ ਸੀ ਕਿ ਮੇਰੇ ਇਲਾਕੇ 'ਚ ਇੱਕ ਰੱਬੀ ਫਕੀਰ ਹੈ, ਉਹਦੀ ਰੋਜ਼ ਰੱਬ ਨਾਲ ਗੱਲ ਹੁੰਦੀ ਹੈ। ਅੱਜ ਸਬੱਬੀ ਆਮਣੇ ਸਾਹਮਣੇ ਦੀ ਮੁਲਾਕਾਤ ਹੋ ਗਈ ਤੇ ਉਹ ਚੋਟੀ ਦਾ ਅਮੀਰ ਉਸ ਰੱਬੀ ਫਕੀਰ ਨੂੰ ਕਹਿੰਦਾ ਹੈ ਕਿ ਐ ਰੱਬੀ ਫਕੀਰ, ਮੈਨੂੰ ਪਤਾ ਲੱਗਾ ਹੈ ਤੇਰੀ ਰੋਜ਼ ਰੱਬ ਨਾਲ ਗੱਲ ਹੁੰਦੀ ਹੈ। ਕਹਿੰਦਾ ਜੀ ਬਿਲਕੁਲ ਹੁੰਦੀ ਹੈ। ਤੇ ਉਹ ਧਨਾੜ ਕਹਿੰਦਾ ਵੀ ਚੱਲ ਇਉਂ ਕਰੀ, ਮੇਰੇ ਤੇ ਇੱਕ ਪਰਉਪਕਾਰ ਕਰੀ, ਜੇ ਅੱਜ ਤੇਰੀ ਰੱਬ ਨਾਲ ਗੱਲ ਹੋਵੇ ਤੇ ਰੱਬ ਨੂੰ ਮੇਰੇ ਬਾਰੇ ਆਖੀ ਕਿ ਰੱਬਾ ਫਲਾਨੇ ਇਲਾਕੇ ਦਾ ਧਨਾੜ ਅਮੀਰ ਕਹਿੰਦਾ ਕਿ ਮੈਨੂੰ ਤੂੰ ਇੰਨਾ ਦਿੱਤਾ ਹੈ, ਇੰਨਾ ਦਿੱਤਾ ਹੈ ਕਿ ਮੇਰੀਆਂ 10 ਪੀੜ੍ਹੀਆਂ ਬੈਠ ਕੇ ਖਾਣ ਤੇ ਤਾਂ ਵੀ ਨਾ ਮੁੱਕੇ। ਉਸ ਰੱਬ ਨੂੰ ਆਖੀ ਕਿ ਉਹ ਹੁਣ ਮੈਨੂੰ ਦੇਣਾ ਬੰਦ ਕਰ ਦੇਵੇ।
मैनू लोड़ नहीं है। वो रब्बी फकीर कहता भी मैं हुणे गल कर लेना। उस रब्बी फकीर ने चौंकड़ा मारिया, सुरत जोड़ी, क्योंकि चौंकड़ा मारन लई भी उद्यम चाहिदा है। सुरत गुरु दी बाणी नाल ते परमात्मा नाल जोड़न लई भी उद्यम चाहिदा है। उन्हें उद्यम कीता, सुरत जुड़ी, रब नाल गल होई। आख्या रब्बा आ चोटी दा अमीर कहंदा तू मैनू बहुत दिता है, हुण देना बंद कर दे। ते रब उस फकीर नू बोल के कहंदा इस अमीर नू कह मैं देना बंद कर देंगा, ये शुकराने दा उद्यम करना बंद कर देवे, ये शुकराना करना बंद कर देवे, ये मैनू याद करन दा उद्यम करना बंद कर देवे, मैं इनू देना बंद कर देंगा। ते उस रब्बी फकीर ने उस अमीर नू कहा, रब कहंदा शुकराना करना बंद कर दे, उद्यम करना बंद कर दे, मैं देना बंद कर देंगा। उस वक्त वो अमीर बोल के कहंदा ना ना, जिन्ने मैनू इन्ना कुछ दिता मैं उहदा शुकराना किवें भुला दियां, जिन्ने मेरा आर गुबार भर दिता मैं उहदे प्रति उद्यम किवें त्याग दियां। मैं ये उद्यम नहीं छड्ड सकदा, मैं उहदा शुकराना करना नहीं छड्ड सकदा। ते वो रब्बी फकीर कहंदा ऐ अमीर, जे तू उद्यम करना नहीं छड्डेगा, जे तू शुकराना करना नहीं छड्डेगा, ते फिर परमात्मा कदे देना भी नहीं छड्डेगा। वो रब्बी फकीर उठिया ते तुर पिया। कुछ किलोमीटर पैदल अगे तुरिया ते एक गरीब टक्कर गया। उस गरीब ने भी कितों सुनिया सी कि एक रब्बी फकीर है, इदां दा उहदा लिबास है, इदां दा कद काठ है, उहदी रोज रब नाल गल हुंदी है। जिद्दां ही उस गरीब ने देखिया भी हुलिया भी जिद्दां दा सुनिया सी उदां दा ही है, कद काठ ते लिबास भी उदां दा ही है। पुछ लवां कि वही रब्बी फकीर है जिहदी अल्लाह नाल बात हुंदी है? रोकिया। उस गरीब ने पुछया कि तू वही रब्बी फकीर है जिहदी रब नाल गल हुंदी है? कहंदा जी वही हाँ। कहण लगा रब नूं कहीं मेरे इलाके च चोटी चोटी दे अमीर ने, कुछ मैनू भी दे देवे। ना मेरे पैरां च जुत्ती है, ना तन ते पाउण लई कोई कपड़ा है, सिर्फ एक लंगोटी है तन ते। जे तेरी हुण रब नाल गल होवे ते मेरे बारे भी कहीं कि रब्बा इस गरीब नूं भी कुछ दे दे। ते ओह रब्बी फकीर कहंदा भी मैं हुणे गल कर लैना। उन्हें मार के चौंकड़ा रब नाल सुरत जोड़ के रब नाल गल कीती, रब जी इस इलाके दा ये गरीब इंसान है, ये कहंदा इन्नियां नूं इन्ना कुछ दिता है, मैनू भी देना शुरू कर दिओ। ते अग्गों रब बोल के कहंदा ऐ फकीर, इस गरीब नूं कह कि तैनू भी देना शुरू कर देंगा, ये शुकराना करना शुरू कर देवे, ये उद्यमी बन जाए, ये मेहनती हो जाए, ये रब दा शुकर गुजार हो जाए, इनू भी देना शुरू कर देंगा। तो रब्बी फकीर उस गरीब नूं कहंदा रब जी कह रहे ने कि तू रब दा शुकर आरंभ कर, तू उद्यमी बन जा, तैनू भी देना शुरू कर देंगे। ते अग्यों गरीब बोल के कहंदा मैं किहदा शुकर करां, ना पैरां च जुत्ती मिली, ना तन ते कपड़ा, कली एक लंगोटी तन ते, मैं इहदा शुकर करां। इन्नी देर नूं तेज हवा आई, वो हवा उहदे तन तो लंगोटी नूं भी उड़ा के लै गई। ओ बंदिया, उद्यमी बंदियां दे परमात्मा आर गुबार भर दिंदा है, ते आलसी बंदियां दियां वो लंगोटियां भी खो लैंदा है। वो पंक्ति चेते है ना जिहड़ी हुणे
रागी सिंह पढ़ के गए ने। नदर उपट्ठी जे करे सुल्ताना का कराइंदा, दर मंगण भिख न पाइंदा। उदो शाह क्या निशानी टोट न आवे अन्नी, उदम करूं करावो ठाकुर। मालक जी मैं उदमी बन जावां, ये उदम तुसी मेरे कोलों आप करा लियो। मैं आलसी नहीं बनना चाहता, मैं उदमी बनना चाहना। जे घर विच संगत जी तुहाडा बच्चा तुहाडियां अखां दे सामने सीसे दे मूहरे खड़ो के पैरां दी जराब सिर ते पाउंदा होवे ते उस बच्चे कोलों वो जराब पकड़ लेना, आखना पुत्र जी इन्ना आलस। सतगुरु ने सिर लई सोहनी दस्तार दिती है, पैरां वाली जराब ते पैरां विच शोभदी है। उस वक्त घर दे सीसे दे सामने किसे ग्रंथी ते कथावाचक ने नहीं पहुंचना, उत्थे प्रचारक मां नूं पिता नूं ते भैण नूं बनना पैना है। जिदन पुत्र पहले दिन सिर ते कीता जाण वाला जूड़ा धौण ते करना शुरू करेगा, वो घर विच सीसे दे सामने खड़ा होके करेगा। उस वक्त प्रचारक मां नूं बनना पएगा, कथावाचक पिता नूं बनना पएगा, भैण नूं बनना पएगा। भैण कहेगी भरावा धौण ते जूड़ा ते औरतां ते भैणां करदियां ने, वीरां दा जूड़ा ते सिर ते शोभदा है। ये आलस की निशानी है पुत्र जी। ते सतगुरु अज दे शब्द च फरमाउंदे ने, उदम करेंदियां जियो तू ऐ सिखा, तू परमात्मा दी भगती दा उदम कर, ते उदम करदियां आत्मक जीवन मिलदा है। कमावंदियां सुख पुंच, परमात्मा दे नाम दी भगती दी कमाई कीतियां सुख माणीदा है। ध्याएंदियां तू प्रभु मिल, परमात्मा दे नाम नूं ध्याउंदियां नाम नूं सिमरदियां परमात्मा नूं मिल पईदा है। ध्याएंदियां तू प्रभु मिल, जे नाम सिमरेगा थे परमात्मा नूं मिल पाईदा है। नानक उतरी चिंत, हे नानक इस तरीके मनुख दी चिंता मिट जाती है। उद्यमी बंदे नूं कोई चिंता नहीं, क्योंकि उद्यमी बंदे दे सारे काम आप राह सुने। चिंता च डुबदा ते मरदा सिर्फ आलसी बंदा है। जेड़ा बच्चा स्कूल च पढ़न लग्या उद्यमी है, मेहनती है, भला उन्होंने पेपरां दी चिंता होएगी? पेपरां दी चिंता किस बच्चे नूं है? जेड़ा आलसी है। ते आलसी बच्चा की कहंदा, रब्बा किसी तरह इस महीने पेपर कैंसल हो जाण। ते उद्यमी बच्चा की कहंदा, वो कहंदा कल दे हुंदे अज ही शुरू हो जाण। सतगुरु कहंदे तू भी उद्यमी बन, ते जे जीवन च कोई औखी घड़ी दा पेपर आएगा तैनू चिंता नहीं रहेगी, तैनू पता है मैं उद्यमी हाँ, इस औखी घड़ी नाल मैं फाइट करांगा, मैं दे तो जरूर अगे लंघ जावांगा। ध्याएंदियां तू प्रभु मिल, नानक उतरी चिंत। महला पंजवां, अगला श्लोक भी कमाल दा है। शुभ चिंतन गोबिंद रमन, निर्मल साधु संग। शुभ चिंतन कि असी बनांगे शुभ चिंतन। शुभ चिंतन का अखरी अर्थ है चंगियां सोचां सोचनियां, कि असी शुभ चिंतक बनांगे, चंगियां सोचां सोचांगे।
ਇੱਥੇ ਤੇ ਭਰਾ ਭਰਾ ਬਾਰੇ ਸੋਚਦਾ ਇਹਦਾ ਕੱਲ ਦਾ ਬੇੜਾ ਗਰਕ ਹੁੰਦਾ ਅੱਜ ਹੋ ਜਾਏ। ਇੱਥੇ ਗੁਆਂਢੀ ਗੁਆਂਢੀ ਬਾਰੇ ਸੋਚਦਾ ਹੈ ਵੀ ਇਹ ਕੱਲ ਦਾ ਘਰ ਖਾਲੀ ਕਰਕੇ ਜਾਂਦਾ ਅੱਜ ਹੀ ਚਲਿਆ ਜਾਏ। ਸਤਿਗੁਰੂ ਕਹਿੰਦੇ ਸਿੱਖਾ ਨਾ ਸ਼ੁਭ ਚਿੰਤਕ ਬਣ, ਚੰਗੀਆਂ ਸੋਚਾਂ ਸੋਚ, ਕਿਸੇ ਲਈ ਮਾੜਾ ਨਾ ਸੋਚ। ਕਿਉਂ? ਕਿਉਂਕਿ ਜੇ ਅਸੀਂ ਮਾੜਾ ਸੋਚਣਾ ਸ਼ੁਰੂ ਕਰਾਂਗੇ ਨਾ, ਫਿਰ ਰੋਜ਼ ਮਾੜੀਆਂ ਸੋਚਾਂ ਸਾਡੇ ਮਾਈਂਡ 'ਚੋਂ ਪ੍ਰਗਟ ਹੋਣ ਲੱਗ ਪੈਣਗੀਆਂ। ਸਤਿਗੁਰੂ ਨੇ ਸਾਨੂੰ ਲਫ਼ਜ਼ ਕਿਉਂ ਦਿੱਤਾ? ਕੋਈ ਸਾਨੂੰ ਪੁੱਛਦਾ ਵੀ ਸੁਣਾਓ ਭਾਜੀ ਕੀ ਹਾਲ ਹੈ, ਅਸੀਂ ਕਹਿੰਦੇ ਚੜ੍ਹਦੀ ਕਲਾ 'ਚ। ਇਹ ਚੰਗੀ ਸੋਚ ਵਾਲਾ ਲਫ਼ਜ਼ ਚੜ੍ਹਦੀ ਕਲਾ ਕਿਉਂ ਦਿੱਤਾ? ਕਿਉਂਕਿ ਤੇਰਾ ਮਾਈਂਡ ਹਰ ਵਕਤ ਪੋਜ਼ਿਟਿਵ ਰਵੇ। ਤੇ ਜਿਹੜਾ ਮਾੜੀਆਂ ਸੋਚਾਂ ਸੋਚਣ ਲੱਗ ਪਏਗਾ ਤੇ ਮਾਈਂਡ ਕੀ ਕਰੇਗਾ? ਰੋਜ਼ ਉਹਨੂੰ ਮਾੜੀਆਂ ਸੋਚਾਂ ਦੀ ਥਿੰਕਿੰਗ ਦੇ ਦੇਗਾ। ਤੇ ਐਸਾ ਬੰਦਾ ਜਦੋਂ ਰਾਤੀ ਸੋਏਗਾ ਨਾ, ਸੌਣ ਲੱਗਿਆਂ ਵੀ ਮਾੜੀਆਂ ਸੋਚਾਂ ਉਹਦੇ ਅੰਦਰ ਡਿਲੀਵਰੀ ਲੈਂਦੀਆਂ ਰਹਿਣਗੀਆਂ। ਤੇ ਮਾੜੀਆਂ ਸੋਚਾਂ ਲੈ ਕੇ ਜਿਹੜਾ ਸੁੱਤਾ ਹੋਏਗਾ, ਦੱਸੋ ਉਹਨੂੰ ਸੁਪਨੇ ਵੀ ਮਾੜੀਆਂ ਸੋਚਾਂ ਵਾਲੇ ਆਉਣਗੇ। ਸਵੇਰੇ ਉੱਠੇਗਾ, ਉੱਠਦਿਆਂ ਸਾਰ ਮਾੜੀਆਂ ਸੋਚਾਂ ਚੱਲਣਗੀਆਂ। ਸਤਿਗੁਰੂ ਕਹਿੰਦੇ ਨਾ ਨਾ, ਸ਼ੁਭ ਚਿੰਤਨ, ਚੰਗੀਆਂ ਸੋਚਾਂ ਸੋਚਾਂ ਮਾਲਕਾ, ਮੇਰੇ ਤੇ ਤਰਸ ਕਰ ਦਿਓ। ਸ਼ੁਭ ਚਿੰਤਨ ਗੋਬਿੰਦ ਰਮਨ, ਮੈਂ ਗੋਬਿੰਦ ਮਾਲਕ ਨੂੰ ਚੇਤੇ ਕਰਦਾ ਰਵਾਂ, ਚੰਗੀਆਂ ਸੋਚਾਂ ਸੋਚਦਾ ਰਵਾਂ, ਅਤੇ ਨਿਰਮਲ ਸਾਧੂ ਸੰਗ, ਨਿਰਮਲ ਮਾਨੇ ਪਵਿੱਤਰ, ਸਾਧੂ ਮਾਨੇ ਗੁਰੂ, ਸੰਗ ਮਾਨੇ ਸੰਗਤ। ਗੁਰੂ ਦੀ ਪਵਿੱਤਰ ਸੰਗਤ ਕਰਦਾ ਰਵਾਂ, ਚੰਗੀਆਂ ਸੋਚਾਂ ਸੋਚਦਾ ਰਵਾਂ, ਰੱਬ ਨੂੰ ਚੇਤੇ ਕਰਦਾ ਰਵਾਂ। ਮਾਲਕ ਜੀ ਮੇਰੇ ਤੇ ਇਹ ਤਰਸ ਕਰ ਦਿਓ। ਸਤਿਗੁਰੂ ਸਾਨੂੰ ਅਰਦਾਸ ਦੀ ਜੁਗਤੀ ਸਮਝਾ ਰਹੇ ਨੇ ਕਿ ਸਿੱਖਾ ਜ ਅਰਦਾਸ ਕਰਕੇ ਜਾਈ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਮੈਂ ਤੇ ਬੜੀਆਂ ਮਾੜੀਆਂ ਸੋਚਾਂ ਦਿਹਾੜੀ ਪਰ ਸੋਚਦਾ, ਅੱਜ ਤੋਂ ਚੰਗਾ ਸੋਚਾਂ। ਮਾਲਕ ਜੀ ਅੱਜ ਤੋਂ ਮੈਂ ਗੁਰੂ ਦੀ ਪਵਿੱਤਰ ਸੰਗਤ ਕਰਾਂ, ਮੈਂ ਪਰਮਾਤਮਾ ਨੂੰ ਚੇਤੇ ਕਰਾਂ। ਮੇਰੀ ਇਹ ਅਰਜ਼ੋਈ ਅਰਦਾਸ ਤੁਸੀਂ ਪ੍ਰਵਾਨ ਕਰ ਲਿਓ। ਜਿੱਦਣ ਦੂਜਿਆਂ ਲਈ ਚੰਗਾ ਸੋਚਣਾ ਸ਼ੁਰੂ ਕਰਾਂਗੇ ਨਾ, ਆਪਣੇ ਲਈ ਆਪੇ ਹੀ ਚੰਗਾ ਹੋਣਾ ਸ਼ੁਰੂ ਹੋ ਜਾਏਗਾ। ਸਿੱਖ ਕੌਮ ਨੇ ਸਰਬੱਤ ਦਾ ਭਲਾ ਮੰਗਿਆ ਤੇ ਕੀ ਕਿਹਾ ਅਰਦਾਸ ਵਿੱਚ? ਨਾਨਕ ਨਾਮ ਚੜ੍ਹਦੀ ਕਲਾ, ਸਰਬੱਤ ਦਾ ਭਲਾ। ਆਪਾਂ ਕੀ ਕੀਤਾ? ਸਰਬੱਤ ਦਾ ਭਲਾ ਮੰਗਿਆ। ਇਹ ਕੀ ਹੈ? ਚੰਗੀ ਸੋਚ ਕਿ ਸਰਬੱਤ ਦਾ ਭਲਾ ਮੰਗਿਆ ਸਾਡਾ ਭਲਾ ਨਹੀਂ ਹੋਏਗਾ। ਕਿ ਅਸੀਂ ਸਰਬੱਤ ਵਿੱਚ ਨਹੀਂ ਆਉਂਦੇ? ਅਸੀਂ ਵੀ ਤੇ ਸਰਬੱਤ ਦੇ ਵਿੱਚ ਆਉਨੇ ਆ। ਤੇ ਜਦੋਂ ਸਰਬੱਤ ਦਾ ਭਲਾ ਮੰਗਿਆ, ਸਾਡਾ ਭਲਾ ਆਪਣੇ ਆਪ ਹੋ ਗਿਆ। ਅਸੀਂ ਜਦੋਂ ਦੂਸਰਿਆਂ ਲਈ ਚੰਗਾ ਸੋਚਾਂਗੇ, ਸਾਡੇ ਲਈ ਆਪਣੇ ਆਪ ਹੀ ਚੰਗਾ ਹੋਏਗਾ। ਤੇ ਪਾਤਸ਼ਾਹ ਕਹਿੰਦੇ ਨੇ, ਸ਼ੁਭ ਚਿੰਤਨ ਗੋਬਿੰਦ ਰਮਨ, ਨਿਰਮਲ ਸਾਧੂ ਸੰਗ, ਨਾਨਕ ਨਾਮ ਨਾ ਵਿਸਰੋ ਇੱਕ ਘੜੀ, ਕਰ ਕਿਰਪਾ ਭਗਵੰਤ। ਹੇ ਨਾਨਕ ਆਖ, ਮਾਲਕ ਜੀ ਮੇਰੇ ਉੱਤੇ ਇੱਕ ਕਿਰਪਾ ਕਰ ਦਿਓ ਕਿ ਮੈਂ ਇੱਕ ਘੜੀ ਵੀ ਤੇਰਾ ਨਾਮ ਨਾ ਭੁਲਾਵਾਂ। 24 ਘੰਟਿਆਂ ਵਿੱਚੋਂ 24 ਮਿੰਟ ਵੀ ਏਦਾਂ ਦੀ ਇੱਕ ਘੜੀ ਨਾ ਗੁਜ਼ਰੇ ਕਿ ਮੈਨੂੰ ਤੂੰ ਭੁੱਲ ਜਾਏ। ਮਾਲਕਾ ਮੇਰੇ ਤੇ ਤਰਸ ਕਰਕੇ ਰੱਖੀ। ਕਰ ਕਿਰਪਾ ਭਗਵੰਤ, ਹੀ ਪਰਮਾਤਮਾ ਮੇਰੇ ਤੇ ਕਿਰਪਾ ਕਰ ਦੇਵੀਂ। ਪੌੜੀ ਤੇਰਾ ਕੀਤਾ ਹੋਏ ਤਾਂ ਕਾਹੇ ਡਰ ਪੀਐ। ਮਾਲਕ ਜੀ
ਜੋ ਕੁਝ ਦੁਨੀਆ 'ਚ ਵਾਪਰਦਾ ਹੈ ਇਹ ਤੇਰਾ ਕੀਤਾ ਹੋਇਆ ਹੁੰਦਾ ਹੈ। ਜੇ ਤੂੰ ਵਰਤਾਉਣਾ ਤੇ ਉਹੀ ਤੇ ਵਰਤਦਾ ਹੈ, ਤਾਂ ਫਿਰ ਅਸੀਂ ਕਿਉਂ ਡਰੀਏ। ਤੇਰਾ ਕੀਤਾ ਹੋਏ ਤਾਂ ਕਾਹੇ ਡਰ ਪਈਐ। ਜੇ ਵਰਲਡ ਵਾਰ ਲੱਗੀ ਹੈ ਤੇ ਤੂੰ ਚਾਹੁੰਦਾ ਹੋਏਗਾ ਤੇ ਲੱਗੇਗੀ ਨਾ, ਤਾਂ ਕਾਹੇ ਡਰ ਪਈਏ, ਫਿਰ ਅਸੀਂ ਕਿਉਂ ਡਰੀਏ। ਜੋ ਦੂਜਿਆਂ ਨਾਲ ਹੋਏਗਾ ਸਾਡੇ ਨਾਲ ਵੀ ਹੋਏਗਾ। ਸਤਿਗੁਰੂ ਕਹਿੰਦੇ ਆਪਣੇ ਅੰਦਰ ਖੌਫ ਪੈਦਾ ਨਾ ਕਰੀ, ਪਰ ਆਪਣਾ ਇੰਤਜ਼ਾਮ ਆਪ ਕਰਨਾ। ਇਹਦੇ ਲਈ ਪਰਮਾਤਮਾ ਨੇ ਤੈਨੂੰ ਦਿਮਾਗ ਦਿੱਤਾ ਹੈ, ਸੋਹਣੀਆਂ ਸੋਚਾਂ ਦਿੱਤੀਆਂ ਨੇ। ਡਰਨਾ ਨਹੀਂ ਹੈ। ਡਰਦਾ ਕੌਣ ਹੈ? ਸੋ ਡਰੇ ਜੇ ਪਾਪ ਕਮਾਉਂਦਾ। ਉਹ ਬੰਦਾ ਡਰਦਾ ਜਿਹਨੇ ਪਾਪ ਕਮਾਉਣਾ ਹੁੰਦਾ ਜਾਂ ਜਿਹੜਾ ਪਾਪ ਕਰ ਰਿਹਾ ਹੁੰਦਾ। ਧਰਮੀ ਵਿਗਸੇਤ। ਧਰਮੀ ਬੰਦੇ ਨੂੰ ਕਾਹਦਾ ਡਰ ਹੈ? ਜਿਸ ਮਿਲ ਜਪੀਐ ਨਾਉ ਤਿਸ ਜੀਉ ਅਰਪੀਐ। ਫਿਰ ਪਾਤਸ਼ਾਹ ਕਹਿੰਦੇ ਨੇ ਜਿਸ ਮਿਲ ਜਪੀਐ ਨਾਉ, ਜਿਸ ਦੇ ਸੱਸੇ ਥੱਲੇ ਔਂਕੜ ਹੈ ਜਿਸ ਨੂੰ, ਮਿਲ ਦੇ ਲੱਲੇ ਨੂੰ ਸਿਹਾਰੀ ਮਿਲ ਕੇ, ਜਿਸ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਜਪਿਆ ਜਾਏ, ਤਿਸ ਜੀਉ ਅਰਪੀਐ। ਉਸ ਨੂੰ ਆਪਣਾ ਆਪਾ ਭੇਟਾ ਕਰ ਦੇਣਾ ਚਾਹੀਦਾ। ਜਿਹਦੇ ਕੋਲ ਬੈਠਿਆਂ ਵਾਹਿਗੁਰੂ ਚੇਤੇ ਆਵੇ, ਸਤਿਗੁਰੂ ਕਹਿੰਦੇ ਉਹਦੇ ਅੱਗੇ ਆਪਣਾ ਆਪਾ ਕੁਰਬਾਨ ਕਰ ਦਿਓ। ਉਹ ਰੱਬ ਚੇਤੇ ਕਰਾ ਰਿਹਾ। ਆਏ ਚਿਤ ਨਿਹਾਲ ਸਾਹਿਬ ਬੇਸ਼ੁਮਾਰ। ਪਾਤਸ਼ਾਹ ਕਹਿੰਦੇ ਨੇ ਉਹ ਪਰਮਾਤਮਾ ਜਿਹੜਾ ਬੇਅੰਤ ਹੈ, ਉਹ ਬੇਅੰਤ ਸਾਹਿਬ ਚਿੱਤ ਵਿੱਚ ਆ ਵਸੇ। ਆਏ ਚਿੱਤ ਨਿਹਾਲ, ਫਿਰ ਨਿਹਾਲ ਹੋ ਜਾਈਦਾ ਹੈ। ਕਦੋਂ? ਸਾਹਿਬ ਬੇਸ਼ੁਮਾਰ। ਬੇਸ਼ੁਮਾਰ ਮਾਨੇ ਜਿਹਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਜਿਸ ਸਾਹਿਬ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, ਉਹ ਚਿੱਤ ਵਿੱਚ ਆ ਕੇ ਵਸ ਜਾਏ ਤੇ ਪਾਤਸ਼ਾਹ ਕਹਿੰਦੇ ਨਿਹਾਲ ਹੋ ਜਾਈਦਾ, ਬਾਗੋ ਬਾਗ ਹੋ ਜਾਈਦਾ। ਤਿਸ ਨੂੰ ਪੋਹੇ ਕਵਣ ਜਿਸ ਵੱਲ ਨਿਰੰਕਾਰ। ਪੋਹੇ ਮਾਨੇ ਦਬਾਉਣਾ। ਗੁਰੂ ਅਰਜਨ ਸਾਹਿਬ ਕਹਿੰਦੇ ਸਿੱਖੋ ਦੱਸੋ ਉਸ ਬੰਦੇ ਨੂੰ ਕੌਣ ਦਬਾ ਲਏਗਾ, ਉਹਦੀ ਗੱਲ ਨੂੰ ਕੌਣ ਕੱਟ ਦਏਗਾ, ਜਿਹਦੇ ਵੱਲ ਨਿਰੰਕਾਰ ਪਰਮਾਤਮਾ ਹੋਵੇ। ਪੰਕਤੀ ਨੂੰ ਫਿਰ ਧਿਆਨ ਦੇ ਕੇ ਸੁਣਨਾ। ਤਿਸ ਨੂੰ ਪੋਹੇ ਕਵਣ, ਪੋਹੇ ਮਾਨੇ ਦਬਾਉਣਾ, ਜਿਸ ਵੱਲ ਨਿਰੰਕਾਰ, ਜਿਹਦੇ ਵੱਲ ਪਰਮਾਤਮਾ ਹੋਵੇ, ਉਹਨੂੰ ਕੌਣ ਦਬਾ ਸਕਦਾ ਹੈ। ਕਲਗੀਧਰ ਪਾਤਸ਼ਾਹ ਦਾ ਇੱਕ ਬਚਨ ਹੈ। ਸਤਿਗੁਰੂ ਕਹਿੰਦੇ ਨੇ ਜਿਹਦੇ ਤੇ ਪਰਮਾਤਮਾ ਦਇਆਲੂ ਹੋਵੇ, ਜਿਹਦੇ ਪੱਖ ਤੇ ਪਰਮਾਤਮਾ ਖੜਾ ਹੋਵੇ, ਭਲਾ ਉਹਦੇ ਪਰਛਾਵੇਂ ਤੇ ਕੋਈ ਪੈਰ ਰੱਖ ਦੇਗਾ। ਸਤਿਗੁਰੂ ਕਹਿੰਦੇ ਲੱਖਾਂ ਉਹਦੇ ਦੁਸ਼ਮਣ ਹੋਣ, ਸੋਚਣ ਕਿ ਅਸੀਂ ਇਹਦੀ ਗਰਦਨ ਨੂੰ ਪਕੜ ਕੇ ਦਬਾ ਦੇਾਂਗੇ। ਸਤਿਗੁਰੂ ਕਹਿੰਦੇ ਉਹ ਗਰਦਨ ਪਕੜ ਕੇ ਦਬਾਉਣ ਵਾਲਿਓ, ਪਰਮਾਤਮਾ ਉਸ ਮਨੁੱਖ ਦੇ ਵੱਲ ਹੈ। ਤੁਸੀਂ ਉਸ ਮਨੁੱਖ ਦੇ ਪਰਛਾਵੇਂ ਤੇ ਵੀ ਪੈਰ ਨਹੀਂ ਰੱਖ ਸਕਦੇ, ਤੁਸੀਂ ਗਰਦਨ ਪਕੜਨ ਦੀ ਗੱਲ ਕਰਦੇ ਹੋ। ਛੁਵੈ ਨਾ ਸਕੇ ਤੈਂ ਛਾਏ ਕੋ। ਉਹਦੇ ਤਨ ਦੇ ਪਰਛਾਵੇਂ ਨੂੰ ਵੀ ਕੋਈ ਛੂ ਨਹੀਂ ਸਕਦਾ, ਜਿਹਦੇ ਵੱਲ ਪਰਮਾਤਮਾ ਖੜਾ ਹੋਵੇ, ਜਿਹਦੀ ਤਰਫਦਾਰੀ ਵਾਹਿਗੁਰੂ ਆਪ ਕਰਦਾ ਹੋਵੇ, ਜਿਹਦੇ ਸਿਰ ਤੇ ਉਹ ਸਾਹਿਬ ਦਾ ਹੱਥ ਹੋਵੇ। ਤੇ ਇੱਥੇ ਪਾਤਸ਼ਾਹ ਕਹਿ ਰਹੇ ਨੇ ਤਿਸ ਨੂੰ ਪੋਹੇ ਕਵਣ
जिस वल निरंकार सब किच तिस कै वस न कोई बाहरा। ऐ सिखा हर बंदा हर एक जीव उस परमात्मा दे वस विच है। कोई भी जीव उस परमात्मा दे हुक्म तो बाहर नहीं है। हुक्म है अंदर सबको, बाहर हुक्म न कोई। सो भगता मन उठा सच समाहरा। सो माने ओ परमात्मा अपने भगतां दे मन विच आके वस जांदा है। सच समाहरा, ते जेड़ा परमात्मा भगतां दे मन विच वस जाए वो भगत फिर सच विच समा जांदा है। तेरे दास ते आयन तुद तू रखण वालिया। मालक जी जेड़े तेरे दास ने, जेड़े तेरे सेवक ने, ध्यान तुद वो तैनू चेता करते ने। तू रखण वालिया, तू अपने सेवकां दी आप रखदा है। क्योंकि सेवक कहो निकटी होए दिखावै। परमात्मा उन्होंने एहसास कराउंदा, घबराई ना, मैं तेरे नाल हाँ। ते सिखा जदों तू घरों किसी काम लई निकले